जन पर पुकारी आए, जी दान दे भगती लाइन, हरसों लैन मिलाए। गुरमुख प्यारे संत जनां दे वास्ते, महापुरखां दे वास्ते गुरु की बाणी दे विच ऐसे महान शब्द अंकित ने जिहड़े कि जग्यासू नूं उन्हां दी महानता दर्शाउंदे ने। अज असीं बड़ू साहब की धरती ते बैठे हुए हैं, जिवें कि आप सब संगतां जाणदे हो कि संत बाबा इकबाल सिंह जी, जिन्हां नूं कि समझना जां उन्हां नूं इंट्रोड्यूस करना अपने आप च एक बहुत वड्डी गल है। उन्हां दी देन, जो कुछ उन्हां ने अपने जीवन दे विच कीता, जिवें कह दईए कर दिखाया, उस सब नूं एक्सप्लेन करने वास्ते, उस चीज़ नूं सब के सामने लैके आउण दे वास्ते मैनूं लगदा कई घंटे दा समां चाहीदा होएगा। पर अज असीं उन्हां पलां दे विच बैठे होए हां जदों बाबा जी सानूं एक शरीर कोला करके गए ने, एक लंबी आरजा, एक लंबा संघर्ष, एक बहुत वड्डा कारज, कौमी कारज जिहड़ा उन्हां ने कीता है। सो सब कुछ नूं समझण दे वास्ते, जानण दे वास्ते असीं डॉक्टर दविंदर सिंह जी, MBBS MD, मैं तो जदों इन्हां दे नाल भी इंटरव्यू करदा, पहलां भी आपां एक दो बारी इंटरव्यू कर चुके हैं। इन्हां नूं समझना, इन्हां दी सोच नूं पकड़ पाउणा भी बड़ा औखा लगदा सी। पर अज जिहड़ी असीं मुख तौर ते गल करांगे, द जर्नी बाबा जी ट्रैवल्ड, बाबा इकबाल सिंह जी ने जिहड़ा सफ़र तय कीता है, ਉਹਨੂੰ ਅੱਜ ਸਮਝਣ ਦੀ ਅਸੀਂ ਕੋਸ਼ਿਸ਼ ਕਰਨੀ ਹੈ। ਤੇ ਡਾਕਟਰ ਸਾਹਿਬ ਨੂੰ ਅਸੀਂ ਬੇਨਤੀ ਕਰਾਂਗੇ ਕਿ ਉਹ ਸਾਨੂੰ ਉਹ ਸਾਰੀਆਂ ਯਾਦਾਂ, ਸਾਰੇ ਪਲ ਯਾਦ ਕਰਾਉਣ ਜਿਹੜੇ ਉਹਨਾਂ ਨੇ ਦੇਖੇ ਨੇ ਜਾਂ ਉਹਨਾਂ ਨੇ ਮਾਣੇ ਨੇ। ਸੋ ਡਾਕਟਰ ਸਾਹਿਬ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਮਹਾਰਾਜ। ਸੋ ਡਾਕਟਰ ਸਾਹਿਬ ਕਿ ਅੱਜ ਸਾਰਾ ਜਗਤ, ਸਾਰਾ ਵਿਸ਼ਵ ਹੀ ਮੈਂ ਸਮਝਦਾ ਵੱਲੋਂ ਸਿੱਖ ਜਗਤ ਗੁਰੂ ਨਾਨਕ ਨਾਮ ਲੇਵਾ ਜਿਹੜੇ ਨੇ, ਉਹਨਾਂ ਦੇ ਮਨ ਦੇ ਵਿੱਚ ਇੱਕ ਵਲਵਲਾ ਤਾਂ ਇਸ ਵੇਲੇ ਹੋਰ ਪ੍ਰਬਲ ਹੋਇਆ ਕਿ ਬਾਬਾ ਇਕਬਾਲ ਸਿੰਘ ਜੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ। ਤੇ ਇਸ ਮੌਕੇ ਅਸੀਂ ਚਾਹਾਂਗੇ ਕਿ ਉਹਨਾਂ ਦੀ ਉਸ ਘਾਲਣਾ ਨੂੰ ਸੰਗਤਾਂ ਦੇ ਸਨਮੁਖ ਲੈ ਕੇ ਆਈਏ। ਬੜਾ ਹੀ ਇੱਕ ਵੱਖਰਾ ਜਿਹਾ ਪੈਂਡਾ ਹੈ, ਆਮ ਤੌਰ ਤੇ ਇਨਸਾਨ ਏਦਾਂ ਦਾ ਪੈਂਡਾ ਤੈਅ ਨਹੀਂ ਕਰਦਾ ਜੋ ਉਹਨਾਂ ਨੇ ਕੀਤਾ। ਸੋ ਬਾਬਾ ਜੀ ਨੂੰ ਤੁਸੀਂ ਕਿਵੇਂ ਸਮਝਿਆ ਜਾਂ ਤੁਸੀਂ ਕਿਵੇਂ ਐਕਸਪਲੇਨ ਕਰੋਗੇ ਪਹਿਲਾਂ ਉਹਨਾਂ ਦੀ ਹਸਤੀ ਬਾਰੇ? ਉਹ ਤੁਹਾਡੇ ਵਰਡਸ ਦੇ ਵਿੱਚ ਅਸੀਂ ਸੁਣਨਾ ਚਾਹਾਂਗੇ। ਬਾਬਾ ਇਕਬਾਲ ਸਿੰਘ ਜੀ ਪੂਰਨ ਬ੍ਰਹਮ ਗਿਆਨੀ ਮਹਾਪੁਰਸ਼, ਜੋ ਇੱਕ ਗੁਰਸਿੱਖ ਦਾ ਆਈਡੀਅਲ ਜੀਵਨ ਹੋਣਾ ਚਾਹੀਦਾ, ਉਹ ਜੀਵਨ व्यतीत करके उन्होंने अपना शरीर छड्या है। बहुत वारी सानू रिपीटेडली ये मैसेज देंदे सी कि संत जड़े हन, ब्रह्म ज्ञानी जड़े हन, वो शरीर रूप नहीं होंदे, शब्द रूप होंदे हन। उन्होंने शब्द का एहसास किया हुंदा है, अनुभव किया हुंदा है, ते वो जो डायरैक्शनस हैं परमात्मा दियां वो जी रहे होंदे हैं। चोला छड़ना, फिर अपनी मौज विच दोबारा आ जाना, ये उन्हां वास्ते रूटीन उन्हां दा ये चलदा रहिंदा है। जी तुसीं डॉक्टर साहब जदों बाबा जी नूं मिले हो ਜਾਂ ਉਹਨਾਂ ਦੇ ਸੰਪਰਕ 'ਚ ਆਏ, ਉਹ ਪਲ ਥੋੜ੍ਹੇ ਜਿਹੇ ਸਾਡੇ ਨਾਲ ਸਾਂਝੇ ਕਰਦੇ। ਕਿਵੇਂ ਸਬੱਬ ਬਣਿਆ ਕਿ ਤੁਸੀਂ ਬਾਬਾ ਇਕਬਾਲ ਸਿੰਘ ਜੀ ਨੂੰ ਮਿਲੇ? शायद संतां ने ही ये कोई खेड खिडाई सी दास तो। साडे दास दिल्ली रहिंदा सीगा जी, जिथे नौकरी करदा सी मैं। ये सन 87 की गल है जी, 87।
ਤੇ ਸਾਡੇ ਕਾਲੋਨੀ ਵਿੱਚ ਹੀ ਇੱਕ ਮੇਜਰ ਸਾਹਿਬ ਰਹਿੰਦੇ ਸੀ। ਛੋਟੀ ਜਿਹੀ ਕਾਲੋਨੀ ਸੀ, 25-30 ਸਿੱਖ ਪਰਿਵਾਰ ਸੀਗੇ ਤੇ ਅਸੀਂ ਇਕੱਠੇ ਬੈਠ ਕੇ ਸੰਡੇ ਦੇ ਸੰਡੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੁੰਦੇ ਸੀ ਤੇ ਉਸ ਤੋਂ ਬਾਅਦ ਥੋੜ੍ਹਾ ਜਿਹਾ ਗੈਟ ਟੂਗੇਦਰ ਜਿਹਾ ਹੋ ਜਾਂਦਾ ਸੀ। ਤੇ ਇੱਕ ਦਿਨ ਅਚਾਨਕ ਫੋਨ ਆਇਆ ਦਾਸ ਨੂੰ ਉਹਨਾਂ ਦਾ ਕਿ ਵੀ ਮਹਾਂਪੁਰਸ਼ ਆ ਰਹੇ ਹਨ ਤੇ ਆ ਕੇ ਦਰਸ਼ਨ ਕਰ ਲੈਣਾ। ਅੱਜ ਰਾਤ ਨੂੰ ਪੁੱਜਣਗੇ ਤੇ ਸਵੇਰੇ ਅਸੀਂ ਆਸਾ ਦੀ ਵਾਰ ਲਗਾਵਾਂਗੇ। ਤੇ ਉਸ ਸਮੇਂ ਜੋ ਕਿਉਂਕਿ ਦਾਸ ਉਸ ਤੋਂ ਪਹਿਲਾਂ ਕਿਸੇ ਸੰਤ ਮਹਾਂਪੁਰਸ਼ ਦੇ ਸੰਪਰਕ 'ਚ ਨਹੀਂ ਆਇਆ ਸੀ ਤੇ ਜੋ ਸਾਡੇ ਸ਼ਹਿਰਾਂ ਵਿੱਚ ਸਿੰਘ ਸਭਾ ਲਹਿਰ ਤੋਂ ਬਾਅਦ ਜੋ ਪ੍ਰਚਲਿਤ ਪ੍ਰਚਾਰ ਹੁੰਦਾ ਸੀ ਉਹ ਇੱਕ ਸਿੱਖ ਵਾਸਤੇ ਗੁਰੂ ਗ੍ਰੰਥ ਸਾਹਿਬ ਹੈ ਤੇ ਸੰਤਾਂ ਮਹਾਂਪੁਰਸ਼ਾਂ ਦੇ ਬਾਰੇ ਬਹੁਤ ਚੰਗੀ ਗੱਲਾਂ ਗੁਰਦੁਆਰਿਆਂ ਵਿੱਚ ਸਿੰਘ ਸਭਾਵਾਂ ਵਿੱਚ ਨਹੀਂ ਦੱਸੀਆਂ ਜਾਂਦੀਆਂ ਸੀ। ਆਮ ਤੌਰ ਤੇ ਨੈਗੇਟਿਵ ਹੀ ਬੋਲਿਆ ਜਾਂਦਾ। ਅੱਜ ਵੀ ਜ਼ਿਆਦਾਤਰ ਐਵੇਂ ਹੀ ਹੁੰਦਾ ਕਿ ਸੰਤ ਹੁੰਦਾ ਹੀ ਕੋਈ ਨਹੀਂ ਜਾਂ ਜੀ ਇਹ ਸੰਤ ਜਾਂ ਸਾਧੂ ਲਫ਼ਜ਼ ਗੁਰੂ ਵਾਸਤੇ ਵਰਤਿਆ ਜਾਂਦਾ ਹੈ। ਐਸਾ ਹੀ ਪ੍ਰਚਾਰ ਜਿਹੜਾ ਪ੍ਰਚਲਿਤ ਹੈ ਜੀ ਚੱਲਦਾ ਹੈ। ਸੋ ਇਸ ਤੇ ਡਿਬੇਟ ਲੋਕ ਕਰਦੇ ਹੈ ਕਿ ਜੋ ਸੰਤ ਦੀ ਜਾਂ ਇਹ ਬ੍ਰਹਮ ਗਿਆਨੀ ਦੀ ਪਰਿਭਾਸ਼ਾ ਹੈ ਸੁਖਮਨੀ ਸਾਹਿਬ ਵਿੱਚ ਉਹ ਪਰਮਾਤਮਾ ਵਾਸਤੇ ਹੀ ਹੈ। ਕੋਈ ਵੀ ਦੁਨਿਆਵੀ ਹੱਡੀ ਮਾਸ ਵਿੱਚ ਜੀਵ ਕੋਈ ਉਸ ਤਰ੍ਹਾਂ ਦਾ ਨਹੀਂ ਬਣ ਸਕਦਾ ਜੋ ਉੱਥੇ ਪੰਜਵੇਂ ਪਾਤਸ਼ਾਹ ਨੇ ਵਿਆਖਿਆਨ ਕੀਤਾ ਹੈ। ਸੋ ਉਹ ਬਿਲੀਵ ਹੀ ਨਹੀਂ ਕਰਦੇ ਕਿ ਬਈ ਕੋਈ ਐਸਾ ਵੀ ਹੋ ਸਕਦਾ ਹੈ। ਅਨਫੋਰਚੂਨੇਟ ਹੈ ਜੀ, ਬਹੁਤ ਅਨਫੋਰਚੂਨੇਟ ਹੈ। ਦਾਸ ਨੂੰ ਲੱਗਦਾ ਜੀ ਕਿ ਉਸੇ ਵਾਤਾਵਰਨ 'ਚ ਪਲੇ ਵੱਡੇ ਹੋਏ ਉਸ ਤੋਂ ਵੱਡੇ ਹੋਏ ਸੀਗੇ ਜੀ। ਸੋ ਦਾਸ ਨੇ ਸ਼ਾਇਦ ਉਹ ਜਦ ਪਹਿਲੀ ਮੁਲਾਕਾਤ ਹੋਣੀ ਸੰਤਾਂ ਦਾ ਸ਼ਾਇਦ ਜਾਂਦਾ ਵੀ ਨਾ, ਪਰ ਕਿਉਂਕਿ ਕਰਟਸੀ ਸੀਗੀ ਉਹਨਾਂ ਨੇ ਬੁਲਾਇਆ ਤੇ ਮੈਂ ਮੇਜਰ ਸਾਹਿਬ ਨੂੰ ਨਾ ਨਹੀਂ ਕਰ ਪਾਇਆ ਤੇ ਫਾਰਮੈਲਿਟੀ ਤੌਰ ਤੇ ਮੈਂ ਚਲੇ ਗਿਆ ਉੱਥੇ। ਮੈਂ ਤੇ ਮੇਰੇ ਵੱਡੇ ਬ੍ਰਦਰ ਨਾਲ ਸੀਗੇ ਡਾਕਟਰ ਬਲਜੀਤ ਸਿੰਘ ਜੀ। ਅਸੀਂ ਗਏ ਉੱਥੇ ਤੇ ਸੰਤਾਂ ਦਾ ਸੰਤ ਜੀ ਮਹਾਰਾਜ ਨੇ ਆਸਾ ਦੀ ਵਾਰ ਲਗਾਈ, ਅਸੀਂ ਉਹ ਸੁਣੀ ਤੇ ਉਸ ਤੋਂ ਬਾਅਦ ਅਸੀਂ ਬੈਠ ਗਏ। ਦਾਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਮਹਾਂਪੁਰਸ਼ਾਂ ਦੇ ਨਾਲ ਕਿਸ ਤਰ੍ਹਾਂ ਆਦਰ ਸਨਮਾਨ ਨਾਲ ਬੈਠਣਾ ਹੈ। ਇਤਨਾ ਮੈਂ ਅਨਪੜ੍ਹ ਸੀ ਉਸ ਵੇਲੇ। ਤੇ ਤੁਹਾਡੀ ਏਜ ਕਿੰਨੀ ਹੋਏਗੀ ਡਾਕਟਰ ਸਾਹਿਬ? ਮੈਂ ਉਸ ਟਾਈਮ ਹੋਵਾਂਗਾ ਜੀ ਕੋਈ 27-28 ਸਾਲ ਦਾ ਜੀ। ਐਮਡੀ ਕਰ ਲਈ ਹੋਈ ਸੀ? ਐਮਡੀ ਕਰ ਚੁੱਕਿਆ ਸੀਗਾ ਜੀ। ਤੇ ਉਦੋਂ ਮੈਂ ਬਲਕਿ ਉਹ ਬੈਠੇ ਸੀਗੇ ਤੇ ਮੈਂ ਵੀ ਨਾਲ ਹੀ ਬੈਠ ਗਿਆ ਜੀ ਕੁਰਸੀ ਤੇ। ਇਹ ਵੀ ਨਹੀਂ ਪਤਾ ਸੀ ਕਿ ਮਹਾਂਪੁਰਸ਼ਾਂ ਦੇ ਨਾਲ ਕਿਵੇਂ ਬੈਠਣਾ ਹੈ। ਤੇ ਸੰਤਾਂ ਨੇ ਬਸ ਇੰਨਾ ਹੀ ਕਿਹਾ ਕਿ ਆਓ ਬੜੂ ਸਾਹਿਬ ਆਓ, ਦੇਖੋ ਕੀ ਚੱਲ ਰਿਹਾ ਉੱਥੇ। ਤੇ ਇਹ ਦੇਖ ਕੇ ਕਿ ਸੰਤ ਜੀ ਮਹਾਰਾਜ ਇਹਨਾਂ ਨੇ ਹਾਈਐਸਟ ਕੁਆਲੀਫਿਕੇਸ਼ਨ ਲਈ ਹੈ ਆਪਣੇ ਫੀਲਡ ਵਿੱਚ, ਐਗਰੀਕਲਚਰ ਵਿੱਚ MSc ਪਾਸ ਕੀਤੀ ਹੋਈ ਹੈ ਔਰ ਹਾਈਐਸਟ ਜੋ ਪੋਸਟ ਹੈ ਸਟੇਟ ਦੀ ਉਸ ਤੋਂ ਰਿਟਾਇਰ ਹੋਏ ਹੈ। ਸੋ ਦੁਨਿਆਵੀ ਅਹੁਦੇ ਤੋਂ ਜ਼ਿਆਦਾ ਇੰਪ੍ਰੈਸ ਹੋ ਕੇ ਦਾਸ ਨੂੰ ਇਹ ਲੱਗਿਆ ਕਿ ਬਈ ਇਹਨਾਂ ਵਿੱਚ ਸ਼ਾਇਦ ਕੁਝ ਗਲਤੀ ਹੈ ਕਿ ਆਪਣੇ ਐਂਗਲ ਤੋਂ ਉਹਨਾਂ ਨੂੰ ਜੱਜ ਕਰ ਲਿਆ ਕਿ ਬਈ ਜੇ ਇਹਨਾਂ ਨੇ ਦੁਨਿਆਵੀ ਅਹੁਦਾ ਹਾਈਐਸਟ ਪੋਸਟ ਲੈ ਲਈ ਸਟੇਟ ਵਿੱਚ, ਉਸ ਦੇ ਬਾਵਜੂਦ ਇਹ ਇਸ ਪਾਸੇ ਲੱਗੇ ਹੋਏ ਹੈ, there is something in this man। ਇਹ ਸੋਚ ਕੇ ਤੇ ਦਾਸ ਦਾ ਵੱਡੇ ਬ੍ਰਦਰ ਸੀ ਉੱਥੋਂ ਆਏ ਤੇ ਆਉਣਾ ਬਹੁਤ ਔਖਾ ਸੀ ਉਦੋਂ ਜੀ। ਖੈਰ ਇੱਥੇ ਜਦ ਪਹੁੰਚੇ ਤੇ ਆ ਕੇ ਜਦ ਦੇਖਿਆ ਇੱਥੇ ਉਸ ਟਾਈਮ ਇੱਥੇ ਕੋਈ ਆਈ ਥਿੰਕ 64 ਬੱਚੇ ਸੀਗੇ ਇੱਥੇ। ਹਾਂ 64 ਬੱਚੇ ਸੀਗੇ। ਸੈਕੰਡ ਈਅਰ ਚੱਲ ਰਹੇ ਸੀ ਸਕੂਲ ਦਾ। ਪਹਿਲੇ ਸਾਲ 6 ਸੀ, ਅਗਲੇ ਸਾਲ 64 ਹੋ ਗਏ ਸੀਗੇ। ਤੇ ਕੁਛ ਇੱਥੇ ਬੱਚੀਆਂ ਸੀਗੀਆਂ ਜੋ ਉਹਨਾਂ ਦੇ ਬੱਚਿਆਂ ਦਾ ਸੇਵਾ ਕਰਦੀਆਂ ਸੀ, ਉਹਨਾਂ ਦੇ ਕੱਪੜੇ ਧੋਂਦੀਆਂ ਸੀ, ਲੰਗਰ ਛਕਾਉਂਦੀਆਂ ਸੀ। ਬੜਾ ਸਕੈਚੀ ਜਿਹਾ ਸਿਸਟਮ ਸੀਗਾ ਜੀ। ਪਰ ਉਹ ਬਾਬਾ ਜੀ ਆਪਣੇ ਆਪ ਬੱਚਿਆਂ ਨੂੰ ਇੰਗਲਿਸ਼ ਦੀ ਕਲਾਸ, ਸੋਸ਼ਲ ਸਟੱਡੀਜ਼ ਦੀ ਕਲਾਸ ਤੇ ਸਾਇੰਸ 3 ਸਬਜੈਕਟ, ਮਤਲਬ 64 ਬੱਚੇ ਹੈਗੇ। ਕੁਛ ਬੱਚੇ ਚੌਥੀ ਕਲਾਸ ਦੇ 10 ਬੱਚੇ 5ਵੀਂ ਕਲਾਸ ਦੇ 10, 6ਵੀਂ ਕਲਾਸ ਦੇ, 7ਵੀਂ 'ਚ 2 ਬੱਚੇ, 8ਵੀਂ 'ਚ 1 ਬੱਚਾ। ਸੋ 6ਵੀਂ 7ਵੀਂ 8ਵੀਂ ਦੇ ਬੱਚਿਆਂ ਨੂੰ ਬਾਬਾ ਜੀ ਆਪ ਹੀ ਇੰਗਲਿਸ਼, ਸੋਸ਼ਲ ਸਟੱਡੀਜ਼ ਤੇ ਸਾਇੰਸ ਆਪ ਪੜ੍ਹਾਉਂਦੇ ਸੀਗੇ ਜੀ। ਇਸ ਰਿਮੋਟ ਏਰੀਆ ਵਿੱਚ ਟੀਚਰ ਲਿਆਉਣਾ ਤਾਂ ਬਹੁਤ ਔਖਾ ਸੀਗਾ ਜੀ। ਗਰਮ ਪਾਣੀ ਦਾ ਕੋਈ ਸਿਸਟਮ ਨਹੀਂ ਸੀਗਾ। ਸਰਦੀਆਂ ਵਿੱਚ ਵੀ ਠੰਡੇ ਪਾਣੀ ਨਾਲ, ਸਾਰੇ ਹੀ ਇੱਥੇ ਠੰਡੇ ਪਾਣੀ ਨਾਲ ਚਸ਼ਮੇ ਦੇ ਪਾਣੀ ਇਸ਼ਨਾਨ ਕਰਦੇ ਸੀਗੇ। ਇਹੀ ਰੂਟੀਨ ਸੀ ਕਿ ਬਈ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਸਾਰੇ ਲੋਕ ਚਸ਼ਮੇ ਤੇ ਜਾਣਗੇ ਤੇ ਇਸ਼ਨਾਨ ਕਰਕੇ ਆ ਜਾਣਗੇ। ਸੋ ਬਿਜਲੀ ਦੀ ਸਪਲਾਈ ਵੀ ਨਹੀਂ ਸੀਗੀ।
इतनी फाइनेंशियल भी कंडीशन नहीं सी कि सारी रात ਜਨਰੇਟਰ ਚੱਲ ਸਕੇ। ਅਸੀਂ 7 ਵਜੇ ਜਨਰੇਟਰ ਆਨ ਹੁੰਦਾ ਸੀਗਾ ਤੇ 9 ਵਜੇ ਜਨਰੇਟਰ ਬੰਦ ਕਰ ਦਿੰਦੇ ਸੀਗੇ। ਅੱਛਾ ਜੀ। ਸੋ ਉਸ ਤੋਂ ਬਾਅਦ ਛੋਟੀ ਜਿਹੀ ਜਿਹੜਾ, ਕਿਉਂਕਿ ਇਹ ਪਾਵਰ ਜਿਹੜੀ ਸੀਗੀ ਲਾਈਨ ਇਸ ਦੇ ਫੈਗ ਐਂਡ ਤੇ ਸੀਗਾ ਸਾਡਾ ਬੜੂ ਸਾਹਿਬ। ਸੋ ਜਿਹੜੀ 200 ਵਾਟ ਦੀ ਲਾਈਨ ਦਾ ਜਿਹੜਾ 100 ਵਾਟ ਦਾ ਬਲਬ ਵੀ ਲੱਗਿਆ ਹੁੰਦਾ ਸੀਗਾ, ਇੱਦਾਂ ਲੱਗਦਾ ਸੀ ਜਿਵੇਂ ਕਿ 10 ਵਾਟ ਦਾ ਬਲਬ ਚੱਲ ਰਿਹਾ ਹੈਗਾ। ਸੋ ਇਤਨੀ ਇਹ ਡਿਫਿਕਲਟੀ ਸੀਗੀਆਂ ਜੀ, ਪਰ ਉਨ ਸਭ ਦੇ ਬਾਵਜੂਦ ਜੋ ਪੈਸ਼ਨ ਸੀ, ਜੋ ਇੰਟੈਂਸਿਟੀ ਸੀ ਬਾਬਾ ਜੀ ਦੀ, ਕਿ ਬਈ ਉਹਨਾਂ ਨੇ ਇਹ ਜਿਹੜਾ ਕੋਈ ਜਨੂਨ ਸਵਾਰ ਹੁੰਦਾ ਨਾ ਜੀ, ਹਾਂ ਬਹੁਤ ਵੱਡਾ ਜਨੂਨ, ਮੈਂ ਦੇਖਿਆ ਉਹਨਾਂ ਨੂੰ। ਸੋ ਉਹ that was captivating। मतलब जब इथों, मतलब उस चीज़ ने इतना ज़्यादा इंप्रेशन पाया दास दे ऊपर कि जब असीं इथों वापस गए, इथों तो टुटवीं बसां होंदियां सी इथों राजगढ़ तो सोलन, सोलन तो अगे चंडीगढ़, फिर दिल्ली। सो राजगढ़ जाके असीं रुक गए ते मैं देखा राजगढ़ दा ना जिस जरा बस स्टैंड तो थल्ले एक अस्पताल सीगा जी, उसका क्रॉस दिख रहा सीगा ते मेरे मन च आया कि भी मैं इत्थे नौकरी ले ला ਤੇ ਫਿਰ ਇੱਥੇ ਆ ਕੇ ਬਾਬਾ ਜੀ ਕੋਲ ਹਰ ਹਫਤੇ 2 ਦਿਨ ਆ ਕੇ ਇੱਥੇ ਬੱਚਿਆਂ ਦੀ ਸੇਵਾ ਕਰ ਦਿਆ ਕਰਾਂਗਾ। ਪੁਰਨਾ ਜਿਹਾ ਆਇਆ, ਮਤਲਬ ਇਤਨਾ ਉਹ ਖਿੱਚ ਸੀਗੀ ਮਹਾਂਪੁਰਸ਼ਾਂ ਦੀ ਉਸ ਜਨੂਨ ਦੀ ਕਿ ਬਈ, ਕਿਉਂਕਿ ਉਹਨਾਂ ਦੇ ਇਸ਼ਟ ਨੇ ਉਹਨਾਂ ਨੂੰ ਆਦੇਸ਼ ਦਿੱਤਾ ਸੀਗਾ ਕਿ ਇਸ ਤਰ੍ਹਾਂ ਦਾ ਸੈਟਅਪ ਹੋਣਾ ਹੈ। ਸੋ ਉਸ ਆਦੇਸ਼ ਨੂੰ ਪਾਲਨ ਕਰਦੇ ਹੋਏ ਸਾਰੇ ਨੈਗੇਟਿਵ ਥਾਟਸ ਡਿਸਪੈਲ ਕਰਤੇ ਉਹਨਾਂ ਨੇ। ਜਿਹੜੇ ਵੀ ਦਿੱਲੀ ਤੋਂ ਲੋਕ ਇੱਥੇ ਆਉਂਦੇ ਸੀ, ਕਹਿੰਦੇ ਸੀ ਬਾਬਾ ਜੀ ਤੁਸੀਂ ਜੇ ਸਕੂਲ ਖੋਲ੍ਹਣਾ ਹੀ ਹੈ ਤਾਂ ਦਿੱਲੀ ਖੋਲ੍ਹ ਲਓ। ਮਤਲਬ ਗੱਲ ਇਹ ਸੀ ਕਿ ਲੋਕਾਂ ਨੂੰ ਇਹ ਸਮਝ ਆਉਂਦੀ ਸੀ ਕਿ ਸਕੂਲ ਖੋਲ੍ਹਣਾ ਹੈ, ਇਹ ਨਹੀਂ ਸਮਝ ਆਉਂਦੀ ਸੀ ਕਿ ਗੁਰੂਕੁਲ ਖੋਲ੍ਹਣਾ ਹੈ। ਸੋ ਬਾਬਾ ਜੀ ਕਹਿੰਦੇ ਸੀ ਕਿ ਵੀ ਸੰਤ ਕਹਿੰਦੇ ਸੀ ਕਿ ਉੱਥੇ ਕਲਯੁਗ ਹੈ, ਇੱਥੇ ਸਤਯੁਗ ਹੈ। ਫਿਰ ਸੰਗਤ ਕਹਿੰਦੀ ਸੀ ਵੀ ਤੁਸੀਂ ਬੱਚਿਆਂ ਨੂੰ ਕੁੜਤਾ ਪਜਾਮਾ ਪਵਾਤਾ, ਵਿੱਚ ਖਾਣਾ ਦੇ ਰਹੇ ਹੋ, ਸਵੇਰੇ ਸਵੇਰੇ ਤੁਸੀਂ ਉਠਾ ਦਿੰਦੇ ਹੋ ਬੱਚਿਆਂ ਨੂੰ 4 ਵਜੇ ਤੇ ਕੋਈ ਨਹੀਂ ਇੱਥੇ ਬੱਚੇ ਪਾਏਗਾ। ਸੋ ਲੋਕ ਡਿਸੂਏਡ ਹੀ ਕਰਦੇ ਸੀ ਬਾਬਾ ਜੀ ਨੂੰ ਕਿ ਵੀ ਤੁਸੀਂ ਗਲਤ ਕੰਮ ਸ਼ੁਰੂ ਕਰ ਲਿਆ, ਪਿੱਛੇ ਖਿੱਚ ਰਹੇ ਹੋ ਬੱਚਿਆਂ ਨੂੰ। ਹਾਂ, ਆਮ ਤੌਰ ਤੇ ਲੋਕਾਂ ਦੀ ਇਹੀ ਹੁੰਦੀ ਹੈ ਮੈਂਟੈਲਿਟੀ ਕਿ ਹਾਂ ਇਹ ਤਾਂ ਜਿਹੜਾ ਮਾਡਰਨ ਹੋਣਾ ਚਾਹੀਦਾ ਜੀ, ਨਾ ਕੋਈ ਕੋਟ ਪੈਂਟ ਨਾ ਟਾਈ ਨਾ ਕੁਛ, ਤੇ ਇੱਕ ਹੀ ਹੋਇਆ। ਸੋ ਉਹ ਜਿਹੜਾ ਜਨੂਨ ਸੀਗਾ ਜੀ, that was infectious, that was captivating। ਮੇਰੇ ਮਨ 'ਚ ਸਵਾਲ ਹੈ, ਸੰਗਤਾਂ ਵੀ ਜ਼ਰੂਰ ਜਾਣਨਾ ਚਾਹਣਗੀਆਂ, ਇਹ ਜਿਹੜੀ ਡਰੈਸ ਕੋਡ ਜਿਹੜਾ ਬੜੂ ਸਾਹਿਬ ਨੇ ਅਡਾਪਟ ਕੀਤਾ, ਇਹ ਕਿਹਨਾਂ ਦਾ ਵਿਜ਼ਨ ਸੀ? ਬਾਬਾ ਤੇਜਾ ਸਿੰਘ ਜੀ ਦਾ ਵਿਜ਼ਨ ਸੀ ਜਾਂ ਸੰਤ ਅਤਰ ਸਿੰਘ ਜੀ ਦਾ ਜਾਂ ਬਾਬਾ ਜੀ ਦਾ, ਬਾਬਾ ਇਕਬਾਲ ਸਿੰਘ ਜੀ ਦਾ? ਖੁਦ ਉਹਨਾਂ ਨੇ ਸੋਚਿਆ ਕਿ ਇਹੀ ਆਪਾਂ ਡਰੈਸ ਕੋਡ? ਬਾਬਾ ਜੀ ਨੂੰ ਤੇ ਇਹ ਆਦੇਸ਼ ਸੀ ਨਾ ਜੀ ਕਿ ਅਸੀਂ ਬੱਚੇ ਐਸੇ ਪੈਦਾ ਕਰਨੇ हैं ਜਿਹੜੇ ਕਿ ਦੁਨਿਆਵੀ ਔਰ ਅਧਿਆਤਮਕ ਵਿਦਿਆ ਦੋਨੋਂ ਉਹਨਾਂ 'ਚ ਹੋਏ ਜੀ। ਇਹ ਵਿਜ਼ਨ ਸੰਤ ਅਤਰ ਸਿੰਘ ਮਹਾਰਾਜ ਜੀ ਦਾ ਸੀਗਾ ਜੀ। ਉਹਨਾਂ ਨੇ ਆਪਣੇ ਸੇਵਕ ਸੰਤ ਤੇਜਾ ਸਿੰਘ ਮਹਾਰਾਜ ਨੂੰ ਦਿੱਤਾ ਸੀਗਾ। ਉਹਨਾਂ ਨੇ ਆਪਣਾ ਵਿਦਿਆਲਿਆ ਬਣਾਇਆ ਸੀਗਾ ਸੰਤ ਅਤਰ ਸਿੰਘ ਮਹਾਰਾਜ ਜੀ ਨੇ ਮਸਤੂਆਣੇ। 1906 ਦੀ ਗੱਲ ਹੈ ਜੀ, 1904 ਦੀ ਇਹ ਗੱਲ ਹੈ ਜੀ। ਸੋ ਉਹੀ ਜਿਹੜਾ 1904 ਦਾ ਵਿਦਿਆਲਿਆ ਬਣਿਆ ਸੀਗਾ ਜੀ, ਉਸੀ ਦੀ ਲੀਕ ਵਿੱਚ ਅੱਗੇ ਬਣਿਆ ਨਾ ਜੀ ਇਹ। ਸੋ ਇਹ ਉਦੋਂ ਹੀ ਡਿਸਾਈਡ ਹੋ ਗਿਆ ਸੀਗਾ ਕਿ ਬਈ ਅਸੀਂ ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ ਵਾਲੇ ਬੱਚੇ ਪੈਦਾ ਕਰਨੇ ਆ। ਅੱਛਾ ਜੀ। ਮਤਲਬ ਅਸੀਂ ਇਸ ਨੂੰ ਇੱਕ ਵਾਰੀ ਦਾਸ ਨੂੰ ਯਾਦ ਹੈ ਕਿ ਅਸੀਂ ਜਦ ਸਕੂਲ ਚੱਲ ਰਿਹਾ ਸੀ ਚੰਗਾ, ਤੇ ਇੱਕ ਆਇਆ ਕੋਈ ਬਾਹਰੋਂ ਅਬਰੋਡ ਤੋਂ ਆਇਆ ਪ੍ਰੇਮੀ ਇੱਥੇ ਨਾ ਜੀ, ਤੇ ਬੜਾ ਡੂੰਘੀ ਵਿਚਾਰਾ ਵਾਲਾ ਸੀਗਾ। ਤੇ ਉਹ ਕਹਿੰਦਾ ਜੀ ਮੈਨੂੰ ਇੱਕ ਗੱਲ ਦੱਸੋ ਕਿ ਇੱਥੇ ਕੋਈ ਮੈਂ ਸ਼ੀਸ਼ਾ ਨਹੀਂ ਦੇਖਦਾ, ਇੱਥੇ ਪੂਰੇ ਕੈਂਪਸ ਸ਼ੀਸ਼ਾ ਨਹੀਂ ਹੈ, ਲੁਕਿੰਗ ਗਲਾਸ। ਤੇ ਅਸੀਂ ਕਿਹਾ ਜੀ ਬਾਬਾ ਜੀ ਦਾ ਇਹ ਵਿਜ਼ਨ ਹੈ ਕਿ ਅਸੀਂ ਬੱਚਿਆਂ ਨੂੰ ਇਸ ਚੀਜ਼ ਤੋਂ ਪਰੇ ਰੱਖਣਾ ਹੈ ਕਿ ਵੀ ਉਹ ਕਿਵੇਂ ਦੇਖਣ ਨੂੰ ਕਿਵੇਂ ਲੱਗ ਰਹੇ ਹੈ। ਹਾਂਜੀ। ਸੋ ਉਹ ਉਸਨੇ ਹੀ ਇਮੀਡੀਏਟਲੀ ਕਾਟ ਦਿਸ ਤੇ ਕਹਿੰਦਾ ਜੀ ਕਿ ਇਟ ਮੀਨਸ ਤੁਸੀਂ ਮਤਲਬ ਅਮੇਜ਼ਿੰਗ ਤੁਹਾਡਾ ਹੈਗਾ ਇਹ ਵਿਜ਼ਨ ਕਿ ਤੁਸੀਂ ਬਿਯੋਂਡ ਅਪੀਅਰੈਂਸਿਸ ਬੱਚਿਆਂ ਨੂੰ ਸਿਖਾ ਰਹੇ ਹੋ ਕਿ ਦੇ ਹੈਵ ਟੂ ਹੈਵ ਅ ਵਿਜ਼ਨ ਬਿਯੋਂਡ ਅਪੀਅਰੈਂਸਿਸ। ਸੋ ਉਹ ਵਾਲਾ ਕਨਸੈਪਟ ਹੈਗਾ ਜੀ ਕਿ ਅਸੀਂ ਇਸ ਵਾਸਤੇ ਇਹ ਸਿੰਪਲ ਜਿਹੜਾ ਅਟਾਇਰ ਹੈ ਜੀ, ਇਹ ਸੰਤਾਂ ਦਾ ਹੀ ਚੱਲ ਰਹੀ ਹੈ, ਗੁਰਸਿੱਖੀ ਦੀ ਅਟਾਇਰ ਰਹੀ ਹੈ ਜੀ। ਹਾਂਜੀ, ਗੁਰਸਿੱਖੀ ਦਾ ਬਾਣਾ ਜਿਹੜਾ ਨੀਲਾ ਜਾਂ ਸਫੇਦ ਚੋਲਾ ਹੁੰਦਾ ਹੈਗਾ, ਤੇ ਉਹੀ ਮਹਾਂਪੁਰਸ਼ਾਂ ਨੇ ਰੱਖਿਆ ਇੱਥੇ ਜੀ। ਇੱਕ ਗੱਲ ਹੋਰ ਜਿਹੜੀ ਬਾਬਾ ਜੀ ਨੇ ਇੱਕ ਵਾਰੀ ਲੰਡਨ ਦੇ ਵਿੱਚ ਇੰਟਰਵਿਊ ਦੇ ਦੌਰਾਨ ਸਾਨੂੰ ਕਾਫੀ ਡਿਟੇਲ 'ਚ ਦੱਸੀ ਸੀ, ਮੈਂ ਸਮਝਦਾ ਅੱਜ ਵੀ ਸੰਗਤਾਂ ਉਸ ਚੀਜ਼ ਨੂੰ ਰਿਕਾਲ ਕਰਨਾ ਚਾਹੁੰਦੀਆਂ ਹੋਣਗੀਆਂ
ਤੇ ਬੜੂ ਸਾਹਿਬ ਹੀ ਕਿਉਂ ਚੁਣਿਆ ਗਿਆ ਇਸ ਕਾਰਜ ਦੇ ਵਾਸਤੇ, ਤੁਸੀਂ ਥੋੜਾ ਜਿਹਾ ਦੱਸ ਦਿਓ, ਕਿਉਂਕਿ ਤੁਹਾਡੇ ਨਾਲ ਕਾਫੀ ਇੰਟਰੈਕਸ਼ਨ ਬਾਬਾ ਜੀ ਦੀ ਲਗਾਤਾਰ ਇੰਨੇ ਸਾਲ ਹੁੰਦੀ ਰਹੀ। ਹਾਂਜੀ। ਬੜੂ ਸਾਹਿਬ ਕਿਉਂ ਚੁਣਿਆ ਗਿਆ? ਇਹ ਸੰਤ ਅਤਰ ਸਿੰਘ ਮਹਾਰਾਜ ਜੀ ਦੀ ਵਿਜ਼ਨ ਸੀ ਜੀ। ਜੀ ਉਹਨਾਂ ਨੇ ਸੰਤ ਤੇਜਾ ਸਿੰਘ ਮਹਾਰਾਜ ਜੀ ਨੂੰ ਕਿਹਾ ਸੀ ਕਿ ਹਿਮਾਲਿਆ ਪਰਬਤ ਵਿੱਚ ਇੱਕ ਐਸਾ ਸਥਾਨ ਹੈ ਜਿਹੜਾ ਕਿ ਕਲਯੁਗ ਤੋਂ ਪਰੇ ਹੈ, ਉੱਥੋਂ ਉਹ ਸਾਡਾ ਸਥਾਨ ਹੈ ਤੇ ਉੱਥੋਂ ਬੱਚੇ ਬੱਚੀਆਂ ਦੁਨਿਆਵੀ ਤੇ ਅਧਿਆਤਮਿਕ ਵਿੱਦਿਆ ਲੈ ਕੇ ਸਾਰੀ ਦੁਨੀਆ ਵਿੱਚ ਗੁਰੂ ਨਾਨਕ ਦਾ ਜੋ ਮੈਸੇਜ ਹੈ ਪੀਸ ਦਾ, ਸਰਬੱਤ ਦਾ, ਭਲਾ ਦਾ, ਇਹ ਮੈਸੇਜ ਸਾਰੀ ਦੁਨੀਆ ਨੂੰ ਬੱਚੇ ਦੇਣਗੇ। ਇਹ ਵਿਜ਼ਨ ਸੀ ਸੰਤ ਅਤਰ ਸਿੰਘ ਮਹਾਰਾਜ ਜੀ ਦੇ, ਜੋ ਉਹਨਾਂ ਨੇ ਐਕਸਪ੍ਰੈਸ ਕੀਤੀ ਸੰਤ ਤੇਜਾ ਸਿੰਘ ਮਹਾਰਾਜ ਜੀ ਨੂੰ। ਜੀ ਸਕੂਲ ਕਾਲਜ ਤੇ ਬਹੁਤ ਖੋਲੇ। ਪਿੱਛੇ ਇੱਕ ਡਾਕਟਰ ਸਾਹਿਬ ਹੈਗੇ ਡਾਕਟਰ ਪੰਨੂ, ਜੀ ਡੈਂਟਲ ਸਰਜਨ ਹੈ ਕੈਲੀਫੋਰਨੀਆ ਵਿੱਚ, ਉਹ ਇੱਥੇ ਆਏ ਸੀਗੇ ਤੇ ਉਹ ਗੁਰਦੁਆਰਿਆਂ ਦੀ ਹਿਸਟਰੀ ਰੀਡਿਸਕਵਰ ਕਰ ਰਹੇ, ਜਿੱਦਾਂ ਅਮਰਦੀਪ ਸਿੰਘ ਜਿਹੜੇ ਸਿੰਗਾਪੁਰ ਵਾਲੇ ਆ ਉਹ ਵੀ ਕਰ ਰਹੇ ਆ। ਤੇ ਇਹਨਾਂ ਦੀ ਪੈਸ਼ਨ ਹੈ ਕਿ ਇਹ ਉੱਥੇ ਪਾਕਿਸਤਾਨ ਜਾ ਕੇ ਜਿਹੜੇ ਹਿਸਟੋਰੀਕਲ ਜੋ ਸਾਡੇ ਗੁਰਦੁਆਰੇ ਪੁਰਾਣੇ ਹੈ, ਜੋ ਬਿਲਡਿੰਗ ਖੰਡਰ ਹੋ ਰਹੀ ਹੈ, ਉਸ ਨੂੰ ਜਾ ਕੇ ਉਹ ਰਿਸਰਚ ਕਰਨ ਵਾਸਤੇ। ਤੇ ਉਹ ਕਹਿੰਦੇ ਜੀ ਕਿ ਮੈਂ ਜਿੱਥੇ ਵੀ ਗਿਆ ਉੱਥੇ ਹਰ ਸ਼ਹਿਰ 'ਚ, ਵੱਡੇ ਸ਼ਹਿਰ ਵਿੱਚ, ਚਾਹੇ ਉਹ ਗੁਜਰਾਂਵਾਲਾ ਹੈ ਚਾਹੇ ਰਾਵਲਪਿੰਡੀ ਹੈ, ਉੱਥੇ ਜਿਹੜਾ ਵੀ ਅਸੀਂ ਦੇਖੀਏ ਸਕੂਲ ਕੋਈ, ਉੱਥੇ ਜਿਹੜੀ ਫਾਊਂਡਰ ਪਲੇਟ ਹੈ ਫਾਊਂਡੇਸ਼ਨ ਸਟੋਨ ਦੀ, ਉਹ ਸੰਤ ਅਤਰ ਸਿੰਘ ਮਹਾਰਾਜ ਜੀ ਦਾ ਨਾਮ ਉੱਥੇ ਆਉਂਦਾ ਹੈ। ਅੱਛਾ। ਕਿ ਉਹਨਾਂ ਦੇ ਕਰ ਕਮਲਾ ਤੋਂ ਇਹ ਸਕੂਲ ਦੀ ਬਿਲਡਿੰਗ ਇਮਾਰਤ ਕੀਤੀ ਗਈ। ਸੋ ਇਹ ਜੋ ਐਜੂਕੇਸ਼ਨ ਦੀ ਸਾਡੇ ਤੇ ਜ਼ਿੰਮੇਵਾਰੀ ਹੈ ਇਸ ਸੰਸਥਾ ਤੇ, ਇਹ ਸੰਤ ਅਤਰ ਸਿੰਘ ਮਹਾਰਾਜ ਜੀ ਨੇ ਉਦੋਂ ਤੋਂ ਸ਼ੁਰੂ ਕੀਤੀ ਹੋਈ ਹੈ ਜੀ। ਅੱਛਾ, ਜਦੋਂ ਜੀ ਬਹੁਤ ਥੋੜਾ ਸੀ ਸਟਾਰਟਿੰਗ ਪੁਆਇੰਟ ਹੀ ਐਜੂਕੇਸ਼ਨ ਜੀ, ਇਹ ਮਾਡਰਨ ਸਿਸਟਮ ਫॉर ਐਜੂਕੇਸ਼ਨ ਜੀ ਉਹਨਾਂ ਦੀ ਇਹ ਸੰਤਾਂ ਦੀ ਵਿਜ਼ਨ ਸੀ ਨਾ ਜੀ, ਕਿ ਅਸੀਂ ਬੱਚਿਆਂ ਨੂੰ ਵਿੱਦਿਆ ਦੇਣੀ ਹੈ ਔਰ ਵਿੱਦਿਆ ਦੇ ਨਾਲ ਨਾਲ ਉਹਨਾਂ ਨੂੰ ਅੱਛੇ ਇਨਸਾਨ ਬਣਾਉਣਾ ਹੈ। ਸੋ ਫਿਰ ਉਹ ਡਾਕਟਰ ਪੰਨੂ ਇੱਥੇ ਆਏ, ਉਹਨਾਂ ਨੂੰ ਕਿਸ ਨੇ ਕਿਹਾ ਜੀ ਕਿ ਇਹ ਜੇ ਇਸ ਸੰਪਦਾ ਦਾ ਜੋ ਤੁਸੀਂ ਕਰੰਟ ਦੇਖਣਾ ਹੈ ਤੇ ਬੜੂ ਸਾਹਿਬ ਜਗ੍ਹਾ ਉੱਥੇ ਜਾਓ। ਸੋ ਹੀ ਕੇਮ ਹੇਅਰ। ਤੇ ਉਹ ਫਿਰ ਦੱਸ ਰਹੇ ਸੀਗੇ ਕਿ ਵੀ ਇਹ ਸੰਤਾਂ ਨੇ ਬਹੁਤ ਸਕੂਲ ਖੋਲੇ। ਦਾਸ ਇਸ ਵਾਸਤੇ ਗੱਲ ਕਰ ਰਹੇ, ਤੁਸੀਂ ਗੱਲ ਕਹੀ ਕਿ ਵਾਈ ਬੜੂ ਸਾਹਿਬ। ਸੋ ਸਕੂਲ ਤੇ ਬਹੁਤ ਖੋਲੇ ਸੀ ਸੰਤਾਂ ਨੇ, ਮਸਤਵਾਣੇ ਵੀ ਖੋਲਿਆ, ਔਰ ਕਿਉਂਕਿ ਪਠਵਾਰ 'ਚ ਜ਼ਿਆਦਾ ਪ੍ਰਚਾਰ ਕੀਤਾ ਸੰਤ ਅਤਰ ਸਿੰਘ ਮਹਾਰਾਜ ਜੀ ਨੇ, ਸੋ ਉੱਥੇ ਬਹੁਤ ਸਕੂਲ ਖੋਲੇ ਹੋਏ ਆ, ਸਕੂਲ ਕਾਲਜ। ਗੁਜਰਾਂਵਾਲਾ ਵੀ ਕਾਲਜ ਖੋਲਿਆ ਜੋ ਸੰਤ ਤੇਜਾ ਸਿੰਘ ਮਹਾਰਾਜ ਉਸਦੇ ਪ੍ਰਿੰਸੀਪਲ ਸੀਗੇ। ਸੋ ਜਦ ਸੰਤ ਤੇਜਾ ਸਿੰਘ ਮਹਾਰਾਜ ਜੀ ਬਿਰਧ ਅਵਸਥਾ 'ਚ ਹੋ ਗਏ ਤੇ ਉਹਨਾਂ ਦੇ ਮਨ 'ਚ ਖਿੱਚ ਵੱਧ ਗਈ ਕਿ ਸੰਤ ਅਤਰ ਸਿੰਘ ਮਹਾਰਾਜ ਜੀ ਇਹ ਬਚਨ ਕਰ ਗਏ ਸੀ ਕਿ ਅਸੀਂ ਇਹ ਜਗ੍ਹਾ ਲੱਭਣੀ ਹੈ। ਖਿੱਚ ਸੀ ਉਹਨਾਂ ਦੀ। ਸੰਤ ਜੀ ਮਹਾਰਾਜ ਪੌਂਟਾ ਸਾਹਿਬ ਰਹਿਆ ਕਰਦੇ ਸੀਗੇ ਜੀ, ਤੇ ਸਰਦੀਆਂ ਵਿੱਚ ਉੱਥੋਂ ਸ਼ਿਮਲੇ ਚਲੇ ਜਾਂਦੇ ਸੀਗੇ। ਅੱਛਾ। ਉੱਥੇ ਜਾ ਕੇ ਸਰਦੀਆਂ ਗਰਮੀਆਂ ਵਿੱਚ, ਉੱਥੇ ਗਰਮੀਆਂ ਕੱਢਦੇ 2 ਮਹੀਨੇ, ਫਿਰ ਆ ਜਾਂਦੇ ਸੀ ਵਾਪਸ ਪੌਂਟਾ ਸਾਹਿਬ। ਤੇ ਜਿਹੜੀ ਤੁਸੀਂ ਆਇਓ ਬੜੂ ਸਾਹਿਬ, ਜਿਹੜੀ ਨਦੀ ਲੰਘ ਕੇ ਆਇਓ ਨਾ ਜੀ, ਇਹ ਗਿਰੀ ਨਦੀ ਹੈ। ਇਹ ਯਮੁਨਾ ਦੀ ਟ੍ਰਿਬਿਊਟਰੀ ਹੈ ਜੋ ਕਿ ਜਾ ਕੇ ਯਮੁਨਾ 'ਚ ਮਿਲਦੀ ਹੈ ਪੌਂਟਾ ਸਾਹਿਬ। ਸੋ ਸੰਤ ਜੀ ਇਹ ਆਂਦੀ ਪਿੱਛੇ ਸ਼ਿਮਲੇ ਤੋਂ ਪਿੱਛੋਂ ਪਰੋਂ ਤੋਂ ਹੈ। ਸੋ ਸੰਤ ਜੀ ਮਹਾਰਾਜ ਇਸ ਦੇ ਕੰਢੇ ਕੰਢੇ ਆਉਂਦੇ ਸੀਗੇ ਤੇ ਅੱਗੇ ਜਾ ਕੇ ਸੋਲਨ ਜਾ ਕੇ ਫਿਰ ਉੱਥੋਂ ਬੱਸ ਲੈ ਲੈਂਦੇ ਸੀ। ਅੱਛਾ ਜੀ। ਇਹ ਉਹਨਾਂ ਦਾ ਰੂਟੀਨ ਹੁੰਦਾ ਸੀਗਾ। ਅੱਛਾ, ਰੂਟੀਨ ਉਹਨਾਂ ਦਾ ਰੂਟ ਸੀਗਾ। ਰੂਟ ਇਹ ਸੀਗਾ ਜੀ। ਅੱਛਾ ਜੀ। ਤੇ ਜਿਹੜੇ ਸੇਵਾਦਾਰ ਉਹਨਾਂ ਦੇ ਨਾਲ ਹੁੰਦੇ ਸੀ, ਹੁਣ ਬਾਬਾ ਜੀ ਚੜਾਈ ਕਰ ਗਏ ਹੈਗੇ, ਬਾਬਾ ਜਵਾਲਾ ਸਿੰਘ ਜੀ, ਉਹ ਕਹਿੰਦੇ ਜਦ ਅਸੀਂ ਇੱਥੋਂ ਲੰਘਦੇ ਸੀ ਨਾ, ਜਦ ਇਸ ਦੇ ਕੋਲੋਂ ਗਿਰੀ ਦੇ ਕੋਲੋਂ ਜਦ ਦਰਿਆ ਇੱਥੇ, ਤੇ ਉਦੋਂ ਉਹਨਾਂ ਦੇ ਮਨ 'ਚ ਉਹਨਾਂ ਵਾਈਬ੍ਰੇਸ਼ਨ ਆਉਂਦੀਆਂ ਸੀ ਕਿ ਸਾਡੇ ਸਥਾਨ ਇੱਥੇ ਹੈ। ਨਾਲ ਹੀ ਉਹਨਾਂ ਨੇ ਬਾਬਾ ਇਕਬਾਲ ਸਿੰਘ ਜੀ ਨੂੰ ਇਹ ਡਿਊਟੀ ਸੌਂਪ ਦਿੱਤੀ ਕਿ ਵੀ ਇਹ ਜਗ੍ਹਾ ਲੱਭਣੀ ਹੈ। ਤੇ ਬਾਬਾ ਜੀ ਇਹ ਆਪਣੀ ਵਿਜ਼ਨ ਦੇ ਹਿਸਾਬ ਨਾਲ ਸੋਚਦੇ ਸੀਗੇ ਕਿ ਵੀ ਐਸੀ ਜਗ੍ਹਾ ਲੱਭੀਏ ਜਿੱਥੇ ਕਿ ਸੰਤ ਜੀ ਮਹਾਰਾਜ ਦੀ ਉਹਨਾਂ ਦੀ ਗੱਡੀ ਉੱਥੇ ਚਲੀ ਜਾਏ। ਸੋ ਕਹਿੰਦੇ ਅਸੀਂ ਜਾਂ ਜਗ੍ਹਾ ਲੱਭਦੇ ਸੀ ਕਾਲਕਾ ਸ਼ਿਮਲਾ ਹਾਈਵੇ ਦੇ ਕੋਲ, ਜਾਂ ਲੱਭਦੇ ਸੀ ਕਿ ਕੁੱਲੂ ਦੀ ਜਿਹੜੀ ਰੋਡ ਹੈ ਕੀਰਤਪੁਰ ਸਾਹਿਬ ਤੋਂ ਕੁੱਲੂ ਮਨਾਲੀ ਤੱਕ, ਉਸ ਰੋਡ ਤੇ। ਤੇ ਸੰਤ ਜੀ ਮਹਾਰਾਜ ਕਹਿੰਦੇ ਸੀ ਕਿ ਵੀ ਇਹ ਸਾਡਾ ਜਿਹੜਾ ਜਗ੍ਹਾ ਹੈ ਇਸ ਜਗ੍ਹਾ ਤੋਂ ਬਹੁਤ ਦੂਰ ਹੈ। ਸੋ ਇਸ ਵਾਸਤੇ ਜਦ ਇਹ ਜਗ੍ਹਾ ਬਿਕਾਊ ਹੋਈ, ਜਿਸ ਦੀ ਜਗ੍ਹਾ ਸੀ, ਇੱਥੇ ਦਾ ਲੋਕਲ ਪਾਰਟੀ ਸੀਗਾ ਠਾਕੁਰ ਜੋਗਿੰਦਰ ਸਿੰਘ। ਜਦ ਉਸਨੇ ਇਹ ਸੋਚਿਆ ਕਿ ਵੀ ਮੈਂ ਇਹ ਜਗ੍ਹਾ ਵੇਚਣੀ ਹੈ, ਉਹ ਵੀ ਵੱਖਰੀ ਸਾਖੀ ਹੈ, ਉਸ ਤੇ ਅਸੀਂ ਕਿਸੇ ਦਿਨ ਫਿਰ ਚਰਚਾ ਕਰ ਲਾਂਗੇ। ਤੇ ਜਦ ਉਸਦੇ ਮਨ 'ਚ ਆਇਆ ਕਿ ਜਗ੍ਹਾ ਵੇਚਣੀ ਹੈ, ਤੇ ਸੰਤ ਤੇਜਾ ਸਿੰਘ ਜੀ ਮਹਾਰਾਜ ਉਸ ਸਮੇਂ ਚੀਮੇ ਪਿੰਡ ਵਿੱਚ ਸੀਗੇ,
ਉੱਥੇ ਸੇਵਾ ਕਰਵਾ ਰਹੇ ਸੀਗੇ। ਜਨਮ ਸਥਾਨ ਦੀ ਜਾਂ ਗੁਰਦੁਆਰਾ ਸਾਹਿਬ ਹੈ ਸੰਤ ਦਾਤਾ ਸਿੰਘ ਮਹਾਰਾਜ ਜੀ ਦਾ। ਉੱਥੇ ਉਹਨਾਂ ਦੇ ਮਨ ਵਿੱਚ ਟੈਲੀਪੈਥੀ ਹੋ ਗਈ ਕਿ ਸਾਡੀ ਜਗ੍ਹਾ ਵਿਕਾਊ ਹੈ। ਅੱਛਾ ਜੀ। ਉਹਨਾਂ ਨੇ ਸੰਤ ਬਾਬਾ ਇਕਬਾਲ ਸਿੰਘ ਜੀ ਨੂੰ, ਬਾਬਾ ਇਕਬਾਲ ਸਿੰਘ ਜੀ ਉਸ ਟਾਈਮ ਔਨ ਡਿਊਟੀ ਸੀ। ਉੱਥੇ ਸੀਗੇ ਜੀ, ਪੌਂਟਾ ਸਾਹਿਬ ਦੇ ਕੋਲ ਜਗ੍ਹਾ ਹੈ ਇੱਕ ਜਿੱਥੇ ਕਿ ਇਹਨਾਂ ਦਾ ਇੱਕ ਰਿਸਰਚ ਸਟੇਸ਼ਨ ਸੀਗਾ, ਐਗਰੀਕਲਚਰ ਸਟੇਸ਼ਨ। ਉੱਥੇ ਇਹ ਨੌਕਰੀ ਕਰ ਰਹੇ ਸੀਗੇ। ਸੋ ਉਹਨਾਂ ਨੇ ਸੰਤਾਂ ਨੇ ਇੱਕ ਸੇਵਾਦਾਰ ਉੱਥੇ ਭੇਜਿਆ ਤੇ ਕਿਹਾ ਨਾ ਕਿ ਇੱਕ ਬੜੂ ਪਿੰਡ ਹੈ ਬਿਕਾਊ ਜੋ ਗਿਰੀ ਨਦੀ ਦੇ ਨੇੜੇ ਹੈਗਾ, ਫਲਾਣੀ ਜਗ੍ਹਾ ਤੇ ਹੈ, ਤੁਸੀਂ ਜਾਓ ਦੇਖੋ ਕਿ ਸਾਡੀ ਧਰਤੀ ਉਹ ਤੇ ਨਹੀਂ ਹੈ। ਤੇ ਸੰਤਾਂ ਨੇ ਨਾਲ ਫਿਰ ਉਹ ਇਸ ਦੇ ਚਿੰਨ੍ਹ ਦੇ ਦਿੱਤੇ ਕਿ ਇੱਥੇ 7 ਪਹਾੜੀਆਂ ਹਨ, ਥੱਲੇ ਝਰਨਾ ਹੈ, ਬੜਾ ਰਮਣੀਕ ਸਥਾਨ ਹੈ। ਸੋ ਜਦ ਬਾਬਾ ਜੀ ਇੱਥੇ ਆਏ ਰਸਤੇ 'ਚ, ਕਹਿੰਦੇ ਬਾਬਾ ਜੀ ਦੱਸਦੇ ਆ ਕਿ ਅਸੀਂ ਰਸਤੇ 'ਚ ਸਾਡੇ ਮਨ 'ਚ ਕਈ ਵਾਰੀ ਆਇਆ ਕਿ ਸਾਂਝੀ ਕਿੱਥੇ ਕੁੰਦਰਾਂ 'ਚ ਭੇਜ ਰਹੇ ਹੈਗੇ, ਜੇ ਸਾਡੀ ਜਗ੍ਹਾ ਹੈ ਵੀ ਉਹ ਤੇ ਕਿਸ ਕੰਮ ਆਏਗੀ ਇੰਨੀ ਦੂਰ, ਨਾ ਕੋਈ ਇੱਥੇ ਬੱਸ, ਨਾ ਕੋਈ ਰਸਤਾ, ਨਾ ਸੜਕ, ਨਾ ਕੁਛ। ਫਿਰ ਕਹਿੰਦੇ ਮੈਂ ਆਪਣੇ ਆਪ ਨੂੰ ਕੋਸਿਆ ਕਿ ਤੂੰ ਤਾਂ ਸੰਤਾਂ ਦਾ ਬਚਨ ਮੰਨਣਾ ਹੈ, ਤੈਨੂੰ ਇਸ ਕੀ ਮਤਲਬ ਹੈ ਕਿ ਇੱਥੇ ਸੰਤ ਭੇਜ ਰਹੇ ਹੈਗੇ। ਜਦ ਇੱਥੇ ਆਏ ਸਾਂਝੀ ਮਹਾਰਾਜ ਤੇ ਦੇਖਿਆ ਸਾਰਾ, ਤੇ ਬਿਲਕੁਲ ਹੂ ਬਹੂ ਉਹੀ ਨਕਸ਼ਾ ਸੀ ਜੋ ਸੰਤਾਂ ਨੇ ਇਹਨਾਂ ਨੂੰ ਦੱਸਿਆ ਸੀਗਾ। ਇਸ ਤੋਂ ਅੱਗੇ ਸਾਂਝੀ ਮਹਾਰਾਜ ਚਲੇ ਗਏ ਸੋਲਨ। 65 ਕਿਲੋਮੀਟਰ ਸੋਲਨ ਹੈਗਾ ਜੀ, ਇੱਥੋਂ 65 ਕਿਲੋਮੀਟਰ ਹੀ ਪੌਂਟਾ ਸਾਹਿਬ ਹੈਗਾ ਜੀ। ਸੋ ਅੱਗੇ ਚਲੇ ਗਏ, ਉੱਥੇ ਜਾ ਕੇ ਸੰਤਾਂ ਨੂੰ ਉਹਨਾਂ ਨੇ ਪੋਸਟ ਕਾਰਡ ਲਿਖ ਕੇ ਪਾ ਦਿੱਤਾ ਕਿ ਜਗ੍ਹਾ ਤੇ ਜੀ ਇਹ ਉਹੀ ਹੈ ਜੋ ਆਪ ਜੀ ਨੇ ਕਹੀ ਸੀ। ਫਿਰ ਸੰਤਾਂ ਦਾ ਜਵਾਬ ਆ ਗਿਆ ਵਾਪਸ ਕਿ ਫਿਰ ਇਸੋਂ ਜਾ ਕੇ ਸੌਦਾ ਕਰ ਲਓ, ਖਰੀਦ ਲਓ। ਵਿਦਾਊਟ ਕਮਿੰਗ ਹੀਅਰ ਸੰਤ ਤੇਜਾ ਸਿੰਘ ਮਹਾਰਾਜ ਜੀ ਨੇ ਆਦੇਸ਼ ਦੇ ਦਿੱਤਾ ਸੋ ਖਰੀਦ ਲਓ। ਸੋ ਉਸ ਵੇਲੇ ਵੀ ਜਦ ਇਹ ਖਰੀਦਣ ਦੀ ਗੱਲ ਹੋਈ ਤੇ ਜਿਹੜਾ ਇਹ ਠਾਕੁਰ ਜੋਗਿੰਦਰ ਸਿੰਘ ਸੀ, ਇਸਨੇ ਇਸ ਦਾ ਮੁੱਲ ਪਾਇਆ 25,000 ਰੁਪਏ ਤੇ ਉਹ ਇਹ 650 ਏਕੜ ਹੈਗਾ ਜੀ। ਅੱਛਾ, 650 ਏਕੜ ਦਾ ਜੀ। ਉਸ ਵੇਲੇ ਤਾਂ ਮੋਸਟ ਆਫ ਇਟ ਇਜ਼ ਮਾਊਂਟੇਨਸ, ਜਿੱਥੇ ਕਿ ਕੁਛ ਉਪਜ ਨਹੀਂ ਹੁੰਦੀ ਨਾ ਜੀ। ਸੋ ਉਸ ਵੇਲੇ ਉਸਨੇ ਤਕਰੀਬਨ ਡਬਲ ਕੀਮਤ ਪਾਤੀ ਕਿ ਬਾਰਗੇਨਿੰਗ ਹੋਏਗੀ ਤੇ ਮੈਨੂੰ 12-15 ਹਜ਼ਾਰ ਮਿਲ ਜਾਣਗੇ। ਤੇ ਸੰਗਤਾਂ ਨੇ ਬੜਾ ਕਿਹਾ ਹੈ। ਇਹ ਲਗਭਗ ਡਾਕਟਰ ਕਦੋਂ ਦੀ ਗੱਲ ਹੋਏਗੀ? ਇਹ ਗੱਲ ਹੈ ਜੀ 1955 ਦੀ। ਅੱਛਾ, 55 ਉਸ ਵੇਲੇ ਦਾ 25,000 ਉਸ ਵੇਲੇ ਤਾਂ ਬਹੁਤ ਵੱਡੀ ਕੀਮਤ ਹੁੰਦੀ ਸੀ ਪੈਸੇ ਦੀ। ਹਾਂ ਜੀ, ਬੜੀ ਵੱਡੀ ਕੀਮਤ ਹੁੰਦੀ ਉਸ ਵੇਲੇ। ਸੋ ਸੰਗਤਾਂ ਨੇ ਕਿਹਾ ਜੀ, ਜਿਹੜੇ ਨਾਲ ਸੇਵਕ ਸੀਗੇ ਕਿ ਬਾਬਾ ਜੀ ਦੇ ਉੱਤੇ ਸਮਝ ਨਹੀਂ ਹੈਗੀ, ਬਾਬਾ ਤੇਜਾ ਸਿੰਘ ਜੀ ਨੂੰ, ਤੇ ਐਵੇਂ ਪੈਸੇ ਰੋੜੀ ਜਾਂਦੇ ਹੈਗੇ। ਉਸਨੇ 25,000 ਮੰਗਦੇ, 25,000 ਦੇ ਦਿਓ ਜੀ। ਤੇ ਅਸੀਂ ਸੰਗਤਾਂ ਨੂੰ ਬੇਨਤੀ ਕਰੀਏ ਤੇ ਉਹਨਾਂ ਨੇ ਜਾ ਕੇ ਬੇਨਤੀ ਕੀਤੀ। ਸੰਗਤਾਂ ਨੇ ਆ ਕੇ ਉਨ ਸੇਵਾਦਾਰਾਂ ਨੇ ਕਿ ਬਈ ਮਹਾਰਾਜ ਅਸੀਂ ਸੌਦਾ ਕਰ ਲਈ। ਉਹਨੇ ਕਿਹਾ ਸੌਦਾ ਨਹੀਂ ਕਰਨਾ, ਖਰੀਦ ਲਓ। ਅੱਛਾ ਜੀ। ਫਿਰ ਸੌਦਾ ਨਹੀਂ ਕੀਤਾ? ਹਾਂਜੀ, ਖਰੀਦ ਲਓ। ਫਿਰ ਉਹ ਸੇਵਾਦਾਰ ਨੂੰ ਤਸੱਲੀ ਨਹੀਂ ਹੋਈ। ਉਹਨਾਂ ਨੇ ਬਾਬਾ ਇਕਬਾਲ ਸਿੰਘ ਜੀ ਨੂੰ ਕਿਹਾ ਕਿ ਇਕਬਾਲ ਸਿੰਘ ਸੰਤ ਤੇਰੀ ਗੱਲ ਮੰਨਦੇ ਹੈਗੇ, ਤੂੰ ਜਾ ਕੇ ਕਹਿ ਸੰਤਾਂ ਨੂੰ ਕਿ ਬਈ ਅਸੀਂ ਸੌਦਾ ਕਰ ਲਈਏ, ਸਾਡੇ 10-12 ਹਜ਼ਾਰ ਬਚ ਜਾਣਗੇ। ਤੇ ਬਾਬਾ ਜੀ ਕਹਿੰਦੇ ਵੀ ਮੈਂ ਮੂਰਖ ਬਣ ਕੇ ਉਹਨਾਂ ਦੀ ਗੱਲਾਂ 'ਚ ਆ ਗਿਆ ਤੇ ਮੈਂ ਜਾ ਕੇ ਬੇਨਤੀ ਕੀਤੀ ਕਿ ਮਹਾਰਾਜ ਸੌਦਾ ਕਰ ਲਈਏ। ਤੇ ਸੰਤਾਂ ਨੇ ਮੈਨੂੰ ਝਿੜਕ ਦਿੱਤਾ ਕਿ ਇਕਬਾਲ ਸਿੰਘ ਤੂੰ ਵੀ ਇਹਨਾਂ ਦੀ ਗੱਲਾਂ 'ਚ ਆ ਗਿਆ ਹੈਗਾ। ਫਿਰ ਉਹਨਾਂ ਦੇ ਬਚਨ ਨਿਕਲੇ ਮੁਖ ਤੋਂ ਕਿ ਇਹ ਇਤਨੀ ਕੀਮਤੀ ਜਗ੍ਹਾ ਹੈਗੀ, ਇੱਥੇ ਕਈ ਯੁੱਗਾਂ ਤੋਂ ਤਪੱਸਿਆ ਹੋਈ ਹੈ ਕਿ ਜੇ ਸਾਨੂੰ ਨੋਟ ਵਿਛਾ ਕੇ ਵੀ ਜ਼ਮੀਨ ਖਰੀਦਣੀ ਪਏ ਤਾਂ ਵੀ ਸਸਤੀ ਹੈ। ਸੋ ਸਾਰਾ ਵਿਜ਼ਨ ਇੱਕ ਸਪਿਰਿਚੁਅਲ ਵਿਜ਼ਨ ਆਪਾਂ ਸੰਗਤ ਜੀ ਨੂੰ ਸਮਝ ਸਕਦੇ, ਜੇ ਸਮਝ ਪਾਈਏ ਤੇ ਆਮ ਤੌਰ ਤੇ ਤਾਂ ਸਾਡੀ ਮਤਬੁੱਧ ਇੰਨੀ ਨਹੀਂ ਹੈ ਐਡਵਾਂਸ, ਉਸ ਪੱਖ ਤੋਂ ਨਹੀਂ ਹੋ ਪਾਉਂਦੀ। ਪਰ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਕਰੀਏ। ਇਹ ਬੜਾ ਹੀ ਇੱਕ ਵਿਚਿੱਤਰ ਲੀਲਾ ਮੈਂ ਸਮਝਦਾ ਕਿ ਸੱਚਮੁੱਚ ਇਹਨੂੰ ਜੇ ਸਮਝਣਾ ਤੇ ਸਾਨੂੰ ਸਤਿਯੁਗ ਵਾਲੀ ਸੋਚ ਆਪਣੇ ਜ਼ਿਹਨ 'ਚ ਲੈ ਕੇ ਆਉਣੀ ਪਏਗੀ। ਕਲਯੁਗ 'ਚ ਰਹਿ ਕੇ ਅਸੀਂ ਇਸ ਗੱਲ ਨੂੰ ਸਮਝ ਹੀ ਨਹੀਂ ਸਕਦੇ ਕਿ ਕਰੀਬ ਡਬਲ ਜਿਹੜੀ ਉਸ ਵੇਲੇ ਦੀ ਡਬਲ ਕੀਮਤ ਜਿਹੜੀ ਦੇ ਕੇ ਤੇ ਇਹ ਜਗ੍ਹਾ ਜਿਹੜੀ ਉਹਦਾ ਖਰੀਦੀ ਗਈ ਹੈ। ਸੋ ਬਹੁਤ ਗਹਿਰੀਆਂ ਵਿਚਾਰਾਂ ਨੇ। ਡਾਕਟਰ ਸਾਹਿਬ ਦੇ ਨਾਲ ਅਸੀਂ ਵਿਚਾਰਾਂ ਜਾਰੀ ਰੱਖਾਂਗੇ। ਛੋਟਾ ਜਿਹਾ ਤੇ ਵਿਸ਼ਰਾਮ ਲੈ ਕੇ ਅਸੀਂ ਬਹੁਤ ਜਲਦੀ ਹਾਜ਼ਰ ਹੋਵਾਂਗੇ।